Kanchan Outlook। ਸ਼ਲੋਕ। ਜਾਸ ਜਪਤ ਮਨ ਹੋਏ ਆਨੰਦ, ਬਿਨਸੈ ਦੂਜਾ ਭਾਉ। ਦੁਖ ਦਰਦ ਤ੍ਰਿਸ਼ਨਾ ਬੁਝੈ, ਨਾਨਕ ਨਾਮ ਸਮਾਉ। ਗੁਰੂ ਜੀ ਕਹਿੰਦੇ ਕਿ ਜਿਸ ਪ੍ਰਮਾਤਮਾ ਦਾ ਨਾਮ ਜਪਿਆਂ, ਜਿਸ ਪ੍ਰਮਾਤਮਾ ਦੀ ਸਿਫਤ ਸਲਾਹ ਕੀਤਿਆਂ ਮਨ ਦੇ ਵਿੱਚ ਆਨੰਦ ਪੈਦਾ ਹੁੰਦਾ ਹੈ, ਉਸ ਪ੍ਰਮਾਤਮਾ ਤੋਂ ਇਲਾਵਾ ਦੂਜੀਆਂ ਚੀਜ਼ਾਂ ਦਾ ਮੋਹ ਦੂਰ ਹੁੰਦਾ ਹੈ। ਬਿਨਸੈ ਦੂਜਾ ਭਾਉ, ਦੁੱਖ ਦਰਦ ਤ੍ਰਿਸ਼ਨਾ ਬੁਝੈ। ਦੁੱਖ ਦਰਦ ਦੂਰ ਹੋ ਜਾਂਦੇ ਨੇ, ਮਾਇਆ ਦੀ ਲਾਲਸਾ ਖਤਮ ਹੋ ਜਾਂਦੀ ਹੈ। ਨਾਨਕ ਨਾਮ ਸਮਾਓ। ਹੇ ਨਾਨਕ, ਉਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਜੋੜੋ। ਉਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਆਪਣੀ ਸੋਝੀ ਨੂੰ ਟਿਕਾਈ ਰੱਖੋ, ਉਹਦੇ ਵਿੱਚ ਸਮਾਏ ਰਹੋ। ਪੌੜੀ। ਯਈਆ ਜਾਰੋ ਦੁਰਮਤ ਦੋਊ, ਤਿਸੈ ਤਿਆਗ ਸੁਖ ਸਹਿਜੇ ਸੋਊ। ਹੇ ਭਾਈ, ਭੈੜੀ ਮਤ ਅਤੇ ਮਾਇਆ ਦਾ ਪਿਆਰ ਸਾੜ ਦਿਓ, ਕਿਉਂਕਿ ਇਹਨਾਂ ਦਾ ਤਿਆਗ ਕੀਤਿਆਂ ਹੀ ਸੁੱਖ ਅਤੇ ਅਡੋਲਤਾ ਦੀ ਅਵਸਥਾ ਨੂੰ ਹਾਸਿਲ ਕੀਤਾ ਜਾ ਸਕਦਾ ਹੈ। ਤਿਸੈ ਤਿਆਗ ਸੁਖ ਸਹਿਜੇ ਸੋ, ਜਈਆ ਜਾਏ ਪਰੋ ਸੰਤ ਸ਼ਰਨਾ, ਜਿਹ ਆਸਰ ਇਆ ਭਵਜਲ ਤਰਨਾ। ਕਹਿੰਦੇ ਭਾਈ, ਸੰਤ ਜਨਾਂ ਦੀ ਸ਼ਰਨ ਦੇ ਵਿੱਚ ਜਾ ਪਓ, ਜਿਨ੍ਹਾਂ ਦਾ ਆਸਰਾ ਲਿਆ ਇਸ ਭਵ ਸਾਗਰ ਨੂੰ, ਇਸ ਸੰਸਾਰ ਸਮੁੰਦਰ ਨੂੰ ਤਰਨਾ ਸੌਖਾ ਹੋ ਜਾਂਦਾ ਹੈ, ਇਹਨੂੰ ਪਾਰ ਲੰਘਾਉਣਾ ਸੌਖਾ ਹੋ ਜਾਂਦਾ ਹੈ। ਯਈਆ ਜਨਮ ਨਾ ਆਵੈ ਸੋਊ, ਏਕ ਨਾਮ ਲੈ ਮਨੈ ਪਰੋ। ਜਿਸ ਮਨੁੱਖ ਨੇ ਉਸ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਪਰੋ ਲਿਆ, ਉਹ ਮੁੜ ਮੁੜ ਜਨਮ ਦੇ ਵਿੱਚ ਨਹੀਂ ਆਉਂਦਾ। ਜਈਆ ਜਨਮ ਨਾ ਹਾਰੀਐ, ਗੁਰ ਪੂਰੇ ਕੀ ਟੇਕ। ਨਾਨਕ ਤਿਹ ਸੁਖ ਪਾਇਆ, ਜਾ ਕੈ ਹੀਰੈ ਏਕ। ਪਰਮਾਤਮਾ ਦਾ ਨਾਮ ਮਨ ਵਿੱਚ ਵਸਾਇਆ, ਜਨਮ ਮਰਨ ਦੇ ਬੰਧਨਾਂ ਤੋਂ ਤਾਂ ਬਚ ਹੀ ਜਾਈਦਾ ਹੈ। ਜਿਹੜਾ ਇਹ ਮਨੁੱਖਾ ਜਨਮ ਸਾਨੂੰ ਮਿਲਿਆ ਹੈ, ਇਹਨੂੰ ਹਾਰਨ ਤੋਂ ਵੀ ਬਚ ਜਾਈਦਾ ਹੈ। ਜਨਮ ਨਾ ਹਾਰੀਐ, ਗੁਰ ਪੂਰੇ ਕੀ ਟੇਕ। ਜੇਕਰ ਅਸੀਂ ਪੂਰੇ ਗੁਰੂ ਦਾ ਆਸਰਾ ਲੈ ਲਈਏ ਤਾਂ ਸਾਡਾ ਇਹ ਮਨੁੱਖਾ ਜਨਮ ਵੀ ਵਿਅਰਥ ਨਹੀਂ ਜਾਂਦਾ, ਸਾਡਾ ਮਨ ਸ਼ਾਂਤ ਰਹਿਣ ਲੱਗਦਾ ਹੈ। ਹੇ ਨਾਨਕ, ਉਹਨਾਂ ਮਨੁੱਖਾਂ ਨੇ ਸੁੱਖ ਪਾ ਲਿਆ ਹੈ, ਆਨੰਦ ਹਾਸਲ ਕਰ ਲਿਆ ਹੈ, ਜਿਨ੍ਹਾਂ ਨੇ ਉਸ ਇੱਕ ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਹੈ। ਨਾਨਕ ਤਿਹ ਸੁਖ ਪਾਇਆ, ਜਾ ਕੈ ਹੀਰੈ ਏਕ। ਸ਼ਲੋਕ। ਅੰਤਰ ਮਨ ਤਨ ਬਸ ਰਹੇ, ਈਤ ਊਤ ਕੇ ਮੀਤ। ਗੁਰ ਪੂਰੈ ਉਪਦੇਸ਼ਿਆ, ਨਾਨਕ ਜਪੀਐ ਨੀਤ। ਲੋਕ ਅਤੇ ਪਰਲੋਕ ਦੇ ਮਿੱਤਰ ਉਹ ਪਰਮਾਤਮਾ ਸਾਡੇ ਮਨ ਦੇ ਅੰਦਰ, ਸਾਡੇ ਤਨ ਦੇ ਅੰਦਰ ਵਸੇ ਹੋਏ ਨੇ। ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਇਹ ਪਰਮਾਤਮਾ ਦਾ ਵਾਸ ਉਹਨਾਂ ਦੇ ਅੰਦਰ ਦਿਖਾ ਦਿੱਤਾ, ਉਹਨਾਂ ਨੂੰ ਗੁਰੂ ਉਪਦੇਸ਼ ਕਰਦਾ ਹੈ ਕਿ ਹੇ ਨਾਨਕ, ਹਰ ਰੋਜ਼ ਉਸ ਪਰਮਾਤਮਾ ਦਾ ਨਾਮ ਜਪਿਆ ਕਰੋ। ਪੌੜੀ। ਅਨ ਦਿਨ ਸਿਮਰੋ ਤਾਸ ਕਉ, ਜੋ ਅੰਤ ਸਹਾਈ ਹੋਏ। ਇਹ ਵਿਖਿਆ ਤਿੰਨ ਚਾਰ ਛੇ, ਛਾੜ ਚੱਲਿਓ ਸਭ ਕੋਏ। ਇਹ ਜੋ ਵਿਸ਼ੇ ਵਿਕਾਰ ਹਨ, ਇਹ ਜੋ ਮਾਇਆ ਹੈ, ਇਹ ਤੇ 10 ਦਿਨ ਦੀ ਖੇਡ ਹੈ। ਅਸੀਂ ਸਭਨਾਂ ਨੇ ਇਹਨੂੰ ਛੱਡ ਕੇ ਚਲੇ ਜਾਣਾ ਹੈ। ਤਾਂ ਗੁਰੂ ਜੀ ਕਹਿੰਦੇ ਕਿ ਇਹਨੂੰ ਛੱਡੋ, ਹਰ ਰੋਜ਼ ਉਸ ਪਰਮਾਤਮਾ ਦਾ ਨਾਮ ਸਿਮਰੋ, ਜਿਹੜਾ ਅੰਤ ਵੇਲੇ ਸਹਾਈ ਹੁੰਦਾ ਹੈ। ਕਾਕੋ ਮਾਤ ਪਿਤਾ ਸੁਤ ਧੀਆ, ਗ੍ਰਹਿ ਬਨਿਤਾ ਕਛ ਸੰਗ ਨਾ ਲਿਆ। ਕਹਿੰਦੇ ਮਾਤਾ ਪਿਤਾ, ਪੁੱਤਰ ਧੀ, ਘਰ-ਬਾਰ, ਪਤਨੀ, ਇਹ ਕਿਸ ਦੇ ਸਾਥੀ ਹੋਏ ਨੇ? ਇੱਕ ਬਹੁਤ ਹੀ ਸੀਮਿਤ ਜਿਹਾ ਸਮਾਂ ਹੈ, ਜਿੰਨੇ ਸਮੇਂ ਤੱਕ ਕਿ ਇਹ ਸਾਰੇ ਰਿਸ਼ਤੇ ਸਾਡਾ ਸਾਥ ਨਿਭਾ ਸਕਦੇ ਨੇ। ਇੱਕ ਖਾਸ ਸਮੇਂ ਤੋਂ ਬਾਅਦ
ਇਹ ਰਿਸ਼ਤੇ ਸਾਡੇ ਨਾਲ ਸਰੀਰਕ ਤੌਰ 'ਤੇ ਮੌਜੂਦ ਤਾਂ ਹੋ ਸਕਦੇ ਨੇ, ਪਰ ਮਾਨਸਿਕ ਤੌਰ 'ਤੇ ਸਾਨੂੰ ਤਸੱਲੀ ਨਹੀਂ ਬਖਸ਼ ਸਕਦੇ। ਉਹ ਕੋਸ਼ਿਸ਼ ਬਹੁਤ ਕਰਦੇ ਨੇ, ਪਰ ਉਹਨਾਂ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੁੰਦੀਆਂ। ਇੱਕ ਇਨਸਾਨ ਜਦੋਂ ਮਰਨ ਕਿਨਾਰੇ ਪਿਆ ਹੁੰਦਾ ਹੈ, ਖਾਸ ਕਰਕੇ ਜਦੋਂ ਕੋਈ ਬਿਮਾਰੀ ਇਸ ਪ੍ਰਕਾਰ ਦੀ ਉਹਨੂੰ ਘੇਰਾ ਪਾ ਲੈਂਦੀ ਹੈ ਕਿ ਉਹ ਆਪਣਾ ਆਪ ਸੰਭਾਲਣ ਦੇ ਯੋਗ ਨਹੀਂ ਰਹਿੰਦਾ ਤੇ ਮੌਤ ਵੀ ਉਹਨੂੰ ਆ ਨਹੀਂ ਰਹੀ, ਤਾਂ ਉਹਨਾਂ ਜੋ ਸਮਾਂ ਹੈ ਉਸ ਸਮੇਂ ਦੇ ਦੌਰਾਨ ਪਰਿਵਾਰਕ ਮੈਂਬਰ ਉਹਦੀ ਸਰੀਰਕ ਤੌਰ 'ਤੇ ਸਾਂਭ ਸੰਭਾਲ ਕਰਦੇ ਨੇ, ਉਹਨੂੰ ਹੌਸਲਾ ਵੀ ਦਿੰਦੇ ਨੇ, ਪਰ ਉਹ ਹੌਸਲਾ ਉਹਦੇ ਮਨ ਤੱਕ ਪਹੁੰਚਦਾ ਨਹੀਂ। ਉਹਦਾ ਮਨ ਫਿਰ ਵੀ ਵਿਆਕੁਲ ਹੀ ਰਹੇਗਾ। ਉਹਨੂੰ ਆਪਣਾ ਆਪ ਆਪਣੇ ਪਰਿਵਾਰ 'ਤੇ ਬੋਝ ਬਣਦਾ ਹੋਇਆ ਨਜ਼ਰ ਆਏਗਾ। ਸ਼ਾਇਦ ਕਈ ਵਾਰ ਮਨੁੱਖ ਇਹ ਕਾਮਨਾ ਵੀ ਕਰਦੇ ਹੋਣ ਕਿ ਇਸ ਦਰਦ ਦੇ ਵਿੱਚੋਂ ਸਾਨੂੰ ਛੁਟਕਾਰਾ ਮਿਲ ਜਾਵੇ, ਸਾਨੂੰ ਵੀ ਮਿਲ ਜਾਵੇ, ਸਾਡੇ ਪਰਿਵਾਰ ਨੂੰ ਵੀ ਮਿਲ ਜਾਵੇ। ਤਾਂ ਉਸ ਵਕਤ ਜੋ ਮਨ ਦੀ ਵਿਆਕੁਲਤਾ ਵਾਲੀ ਹਾਲਾਤ ਹੈ, ਵਿਆਕੁਲਤਾ ਵਾਲੇ ਜੋ ਹਾਲਾਤ ਮਨ ਦੇ ਵਿੱਚ ਬਣ ਜਾਂਦੇ ਨੇ, ਉਹਨਾਂ ਹਾਲਾਤਾਂ ਤੋਂ ਛੁਟਕਾਰਾ ਪਰਮਾਤਮਾ ਦਾ ਨਾਮ ਹੀ ਦਿਵਾਉਂਦਾ ਹੈ। ਜੇਕਰ ਸਮਾਂ ਰਹਿੰਦੇ ਅਸੀਂ ਉਸ ਪਰਮਾਤਮਾ ਦੇ ਨਾਲ ਸਾਂਝ ਪਾ ਲਈਏ, ਉਸ ਪਰਮਾਤਮਾ ਨੂੰ ਸਮਝ ਲਈਏ, ਉਹਦੀ ਮਰਜ਼ੀ ਨੂੰ ਸਮਝਣਾ ਸਿੱਖ ਲਈਏ, ਤਾਂ ਅੰਤ ਵੇਲੇ ਨੂੰ ਆਉਂਦੇ ਆਉਂਦੇ ਜਦੋਂ ਸਾਡੇ ਸੰਗੀ ਸਾਥੀ ਸਾਡਾ ਸਾਥ ਦੇਣ ਤੋਂ ਅਸਮਰੱਥ ਹੋ ਜਾਂਦੇ ਨੇ, ਉਦੋਂ ਉਹ ਪਰਮਾਤਮਾ ਦਾ ਨਾਮ ਸਾਡੇ ਕੰਮ ਆਉਂਦਾ ਹੈ। ਨਹੀਂ ਤਾਂ ਗ੍ਰਹਿ ਬਨਤਾ ਕਛ ਸੰਗ ਨਾ ਲੀਆ, ਕੋਈ ਵੀ ਸ਼ੈ ਅਸੀਂ ਨਾਲ ਲੈ ਕੇ ਨਹੀਂ ਜਾ ਸਕਦੇ। ਆਖਰੀ ਸਾਹ ਤੱਕ ਪਰਮਾਤਮਾ ਦਾ ਨਾਮ ਸਾਡਾ ਸਾਥ ਨਿਭਾ ਸਕਦਾ ਹੈ। ਇਸੇ ਲਈ ਹੀ ਗੁਰੂ ਜੀ ਨੇ ਹਦਾਇਤ ਕੀਤੀ ਹੈ ਕਿ ਅਨ ਦਿਨ ਸਿਮਰੋ ਤਾਸ ਕਉ, ਜੋ ਅੰਤ ਸਹਾਈ ਹੋਏ। ਅੱਗੇ ਚੱਲਦੇ ਹਾਂ। ਐਸੀ ਸੰਚ ਜੋ ਬਿਨਸਤ ਨਾਹੀ, ਪਤ ਸੇਤੀ ਆਪਣਾ ਘਰ ਜਾਹੀ। ਕਹਿੰਦੇ ਆਪਣੇ ਜੀਵਨ ਦੇ ਵਿੱਚ ਉਹ ਕਮਾਈ, ਉਹ ਰਾਸ ਪੂੰਜੀ ਇਕੱਠੀ ਕਰੋ, ਐਸੀ ਸੰਚ ਜੋ ਬਿਨਸਤ ਨਾਹੀ, ਜਿਹੜੀ ਬਿਨਸਦੀ ਨਹੀਂ, ਜਿਹਦਾ ਨਾਸ ਨਹੀਂ ਹੁੰਦਾ, ਤੇ ਇੱਜ਼ਤ ਦੇ ਨਾਲ ਆਪਣੇ ਘਰ ਜਾਓ। ਆਪਣੇ ਘਰ ਤੋਂ ਭਾਵ ਕਿ ਆਪਣਾ ਇਹ ਜੀਵਨ ਹੰਢਾ ਕੇ ਇੱਜ਼ਤ ਦੇ ਨਾਲ ਇਸ ਮਨੁੱਖੀ ਜੀਵਨ ਤੋਂ ਰੁਖਸਤ ਹੋ ਜਾਓ। ਸਾਧ ਸੰਗ ਕਲ ਕੀਰਤਨ ਗਾਇਆ, ਨਾਨਕ ਤੇ ਬਹੁਰ ਨਾ ਆਇਆ। ਜਿਸ ਮਨੁੱਖ ਨੇ ਸਾਧ ਸੰਗਤ ਦੇ ਵਿੱਚ ਜੁੜ ਕੇ ਉਸ ਪਰਮਾਤਮਾ ਦਾ ਜਸ ਗਾਇਆ, ਉਹਦੀ ਸਿਫਤ ਸਲਾਹ ਕੀਤੀ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿੱਚ ਆਉਣ ਤੋਂ ਬਚ ਜਾਂਦਾ ਹੈ। ਸ਼ਲੋਕ। ਅਤ ਸੁੰਦਰ ਕੁਲੀਨ ਚਤੁਰ, ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ, ਜਿਹ ਪ੍ਰੀਤ ਨਹੀਂ ਭਗਵੰਤ। ਗੁਰੂ ਜੀ ਕਹਿੰਦੇ ਕਿ ਭਾਵੇਂ ਕੋਈ ਬੜਾ ਹੀ ਸੁੰਦਰ ਹੋਵੇ, ਕੁਲੀਨ ਹੋਵੇ ਭਾਵ ਕਿ ਚੰਗੀ ਕੁੱਲ ਵਾਲਾ ਹੋਵੇ, ਚਤੁਰ ਹੋਵੇ, ਸਿਆਣਾ ਹੋਵੇ, ਗਿਆਨਵਾਨ ਤੇ ਧਨਵਾਨ ਵੀ ਹੋਵੇ, ਪਰ ਜੇਕਰ ਉਹਦੀ ਉਸ ਭਗਵੰਤ, ਉਸ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਹੈ, ਤਾਂ ਉਹਨੂੰ ਮੁਰਦਾ ਹੀ ਕਿਹਾ ਜਾਂਦਾ ਹੈ, ਮਿਰਤਕ ਹੀ ਕਿਹਾ ਜਾਂਦਾ ਹੈ, ਮਰੀ ਹੋਈ ਆਤਮਾ ਵਾਲਾ ਕਿਹਾ ਜਾਂਦਾ ਹੈ। ਪੌੜੀ। ਨਈਆਂ ਖਟ ਸ਼ਾਸਤਰ ਹੋਏ ਇੰਗਿਆਤਾ, ਪੂਰਕ ਕੁੰਭਕ ਰੇਚਕ ਕਰਮਾਤਾ। ਗੁਰੂ ਜੀ ਕਹਿੰਦੇ ਕਿ ਭਾਵੇਂ ਕੋਈ 6 ਸ਼ਾਸਤਰਾਂ ਦਾ ਗਿਆਤਾ ਹੋਵੇ, 6 ਸ਼ਾਸਤਰਾਂ ਦਾ ਗਿਆਨ ਰੱਖਣ ਵਾਲਾ ਹੋਵੇ, ਪੂਰਕ ਕੁੰਭਕ ਰੇਚਕ ਹੋਵੇ। ਪੂਰਕ ਤੋਂ ਭਾਵ ਜਿਹੜਾ ਆਪਣੇ ਸਾਹਾਂ ਨੂੰ ਉੱਪਰ ਚਾੜ ਕੇ, ਕੁੰਭਕ ਤੋਂ ਭਾਵ ਉਹਨਾਂ ਨੂੰ ਰੋਕ ਕੇ, ਰੇਚਕ ਤੋਂ ਭਾਵ ਉਹਨਾਂ ਨੂੰ ਬਾਹਰ ਕੱਢ ਕੇ, ਭਾਵ ਕਿ ਪ੍ਰਾਣਾਯਾਮ ਦੀ ਜੋ ਪ੍ਰਕਿਰਿਆ ਹੈ ਉਹਦਾ ਗਿਆਤਾ ਹੋਵੇ, ਉਹਨੂੰ ਕਰਨ ਦੇ ਸਮਰੱਥ ਹੋਵੇ ਕਿ ਉਹ ਆਪਣੇ ਸਾਹਾਂ ਨੂੰ ਉੱਪਰ ਚਾੜ ਵੀ ਸਕਦਾ ਹੋਵੇ, ਰੋਕ ਸਕਦਾ ਹੋਵੇ, ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਛੱਡ ਸਕਦਾ ਹੋਵੇ।
ਇੰਨਾ ਸਭ ਕੁਝ ਕਰਨ ਦੇ ਸਮਰੱਥ ਵੀ ਹੋਵੇ। ਇਆਨ ਧਿਆਨ ਤੀਰਥ ਇਸ਼ਨਾਨੀ, ਸੋਮ ਪਾਕ ਅਪਰਸ ਉਦਿਆਨੀ। ਉਹ ਗਿਆਨੀ ਹੋਵੇ, ਧਾਰਮਿਕ ਚਰਚਾ ਕਰਦਾ ਹੋਵੇ, ਧਿਆਨੀ ਹੋਵੇ ਭਾਵ ਕਿ ਸਮਾਧੀਆਂ ਲਾਉਂਦਾ ਹੋਵੇ। ਤੀਰਥ ਇਸ਼ਨਾਨੀ ਭਾਵ ਕਿ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦਾ ਹੋਵੇ। ਸੋਮ ਪਾਕ ਭਾਵ ਆਪਣੇ ਰੋਟੀ ਆਪਣੇ ਹੱਥੀਂ ਪਕਾਉਂਦਾ ਹੋਵੇ, ਸੁੱਚਮ ਰੱਖਣ ਦੇ ਲਈ। ਉਹ ਦੂਜਿਆਂ 'ਤੇ ਯਕੀਨ ਨਾ ਕਰਦਾ ਹੋਵੇ ਕਿ ਉਹ ਮੇਰੀ ਰੋਟੀ ਨੂੰ ਜੂਠਾ ਨਾ ਕਰ ਦੇਣ। ਇਸ ਵਿਚਾਰ ਨੂੰ ਲੈ ਕੇ ਸੁੱਚਮ ਰੱਖਣ ਦੇ ਲਈ ਕਹਿੰਦੇ ਭਾਵੇਂ ਆਪਣੀ ਰੋਟੀ ਵੀ ਆਪ ਪਕਾਉਂਦਾ ਹੋਵੇ। ਅਪਰਸ ਭਾਵ ਕਿ ਕਿਸੇ ਵੀ ਅਛੂਤ ਦੀ ਛੋਹ ਤੋਂ ਰਹਿਤ ਹੋਵੇ। ਉਦਿਆਨੀ ਜੰਗਲਾਂ ਦਾ ਵਾਸੀ ਹੋਵੇ। ਧਾਰਮਿਕ ਦ੍ਰਿਸ਼ਟੀ ਤੋਂ ਵੇਖਿਆਂ ਇਹ ਸਾਰੀਆਂ ਹੀ ਗੱਲਾਂ ਜੋ ਗੁਰੂ ਜੀ ਨੇ ਗਿਣਾਈਆਂ ਹਨ, ਇਹਨਾਂ ਨੂੰ ਉੱਤਮ ਮੰਨਿਆ ਜਾਂਦਾ ਹੈ। ਜਿਹੜਾ ਵੀ ਕੋਈ ਮਨੁੱਖ ਅਜਿਹਾ ਸਭ ਕੁਝ ਕਰਦਾ ਹੈ ਉਹਨੂੰ ਸੰਤ ਮੰਨਿਆ ਜਾਂਦਾ ਹੈ, ਉਹਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ। ਪਰ ਗੁਰੂ ਜੀ ਕਹਿੰਦੇ ਕਿ ਬੇਸ਼ੱਕ ਕੋਈ ਮਨੁੱਖ ਇਹ ਸਾਰਾ ਕੁਝ ਕਰਦਾ ਹੋਵੇ, ਪਰ RAM ਨਾਮ ਸੰਗ ਮਨ ਨਹੀਂ ਹੇਤਾ, ਜੋ ਕਛ ਕੀਨੋ ਸੋ ਅਨੇਤਾ। ਅਨੇਤਾ ਤੋਂ ਭਾਵ ਵਿਅਰਥ। ਕਹਿੰਦੇ ਜਦੋਂ ਤੱਕ ਉਹਦਾ ਮਨ, ਉਹਦਾ ਪਿਆਰ ਉਸ RAM ਦੇ ਨਾਮ ਨਾਲ, ਉਸ ਪ੍ਰਮਾਤਮਾ ਦੇ ਨਾਮ ਨਾਲ ਨਹੀਂ ਪਿਆ ਹੋਇਆ, ਤਾਂ ਇਹ ਸਭ ਕੁਝ ਜੋ ਵੀ ਉਹ ਕਰਦਾ ਹੈ ਸਭ ਕੁਝ ਵਿਅਰਥ ਹੈ। ਇਸ ਸਭ ਕੁਝ ਕਰਨ ਦਾ ਉਹਨੂੰ ਫਾਇਦਾ ਹੀ ਕੋਈ ਨਹੀਂ ਹੈ। ਤੁਸੀਂ ਸੋਚੋ, ਜੇਕਰ ਕਿਸੇ ਮਨੁੱਖ ਕੋਲ ਕੋਈ ਗਿਆਨ ਹੋਵੇ ਤਾਂ ਉਹਨੂੰ ਹੰਕਾਰ ਹੋ ਜਾਂਦਾ ਹੈ। ਉਹ ਹੰਕਾਰ ਉਹਦੀ ਆਤਮਾ ਨੂੰ ਅਡੋਲ ਨਹੀਂ ਬਣਨ ਦਿੰਦਾ। ਇਸੇ ਤਰ੍ਹਾਂ ਹੀ ਜੇਕਰ ਕੋਈ ਤੀਰਥਾਂ 'ਤੇ ਜਾਂਦਾ ਹੋਵੇ, ਉਹਨੂੰ ਵੀ ਗੁਮਾਨ ਹੋ ਜਾਂਦਾ ਹੈ, ਉਹਨੂੰ ਵੀ ਹੰਕਾਰ ਹੋ ਜਾਂਦਾ ਹੈ ਕਿ ਉਹ ਬੜਾ ਧਾਰਮਿਕ ਹੈ। ਜਿਹੜੇ ਕੋਈ ਲੋਕ ਸੁੱਚਮ ਰੱਖਣ ਦੇ ਵਿੱਚ ਵਿਸ਼ਵਾਸ ਕਰਦੇ ਨੇ, ਉਹਨਾਂ ਨੂੰ ਫਿਕਰ ਪਈ ਰਹਿੰਦੀ ਹੈ ਕਿ ਕਿਤੇ ਉਹਨਾਂ ਦਾ ਖਾਣਾ ਝੂਠਾ ਨਾ ਹੋ ਜਾਏ। ਜਿੱਥੋਂ ਤਾਈਂ ਅਪਰਸ ਦੀ ਗੱਲ ਹੈ, ਜੇਕਰ ਕਈ ਮਨੁੱਖ ਆਪਣੇ ਆਪ ਨੂੰ ਇੰਨੇ ਉੱਤਮ ਸਮਝਦੇ ਨੇ ਕਿ ਉਹ ਦੂਜਿਆਂ ਨੂੰ ਅਛੂਤ ਮੰਨਦੇ ਨੇ ਤੇ ਉਹਨਾਂ ਦੀ ਛੋਹ ਤੋਂ ਬਚਣ ਦੀਆਂ ਹੀ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ, ਤਾਂ ਮਨ ਉਹਨਾਂ ਦਾ ਵੀ ਕਦੇ ਸਥਿਰ ਨਹੀਂ ਹੋ ਸਕਦਾ। ਤਾਂ ਇਹ ਸਭ ਕੁਝ ਜੋ ਕਰਦੇ ਨੇ, ਜਿਹੜੀਆਂ ਕਿਰਿਆਵਾਂ ਨੂੰ ਧਾਰਮਿਕ ਦ੍ਰਿਸ਼ਟੀ ਤੋਂ ਉੱਤਮ ਮੰਨਿਆ ਜਾਂਦਾ ਹੈ, ਇਹ ਸਭ ਉਹਨਾਂ ਦੇ ਕਿਸ ਕੰਮ ਹੋਈਆਂ? ਕਿਸੇ ਵੀ ਕੰਮ ਨਹੀਂ ਆਈਆਂ। ਤੇ ਉੱਥੇ ਹੀ ਜੇਕਰ ਇਹਨਾਂ ਸਾਰੀਆਂ ਬਾਹਰੀ ਕਿਰਿਆਵਾਂ ਨੂੰ ਛੱਡ ਕੇ ਮਨੁੱਖ ਉਸ ਪ੍ਰਮਾਤਮਾ ਦੇ ਨਾਮ ਦੇ ਨਾਲ ਪਿਆਰ ਜੋੜਨ ਦੀ ਕੋਸ਼ਿਸ਼ ਕਰੇ, ਉਸ ਪ੍ਰਮਾਤਮਾ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰੇ, ਤਾਂ ਉਹ ਮਨ ਦੀ ਸਥਿਰਤਾ ਦੀ ਅਵਸਥਾ ਨੂੰ ਹਾਸਲ ਕਰ ਸਕਦਾ ਹੈ, ਜਿਹਦਾ ਕਿ ਉਹਦੀ ਜ਼ਿੰਦਗੀ ਦੇ ਵਿੱਚ ਬੜਾ ਹੀ ਸਾਰਥਕ ਪ੍ਰਭਾਵ ਪੈਂਦਾ ਹੈ। ਅਜਿਹਾ ਕਰਨ ਨਾਲ ਉਹਦੀ ਜ਼ਿੰਦਗੀ ਦੇ ਵਿੱਚੋਂ ਸਾਰੇ ਕਲ ਕਲੇਸ਼ ਹੀ ਨਿਪਟ ਜਾਂਦੇ ਨੇ, ਦੁੱਖਾਂ ਕਲੇਸ਼ਾਂ ਦਾ ਨਾਸ ਹੀ ਹੋ ਜਾਂਦਾ ਹੈ। ਜੀਵਨ ਦੇ ਵਿੱਚ ਜੋ ਵੀ ਹੋਈ ਜਾਵੇ, ਉਹਦੀ ਸਥਿਰਤਾ ਦੀ ਅਵਸਥਾ ਜੋ ਇੱਕ ਵਾਰ ਉਹਨੇ ਹਾਸਲ ਕਰ ਲਈ, ਉਹ ਕਦੇ ਖਤਮ ਹੁੰਦੀ ਹੀ ਨਹੀਂ। ਅੱਗੇ ਚੱਲਦੇ ਹਾਂ। ਗੁਰੂ ਜੀ ਕਹਿੰਦੇ, ਊਆ ਤੇ ਉੱਤਮ ਗਨੋ ਚੰਡਾਲਾ, ਨਾਨਕ ਜਿਹ ਮਨ ਬਸੈ ਗੋਪਾਲਾ। ਚੰਡਾਲਾ ਤੋਂ ਭਾਵ ਨੀਵੀਂ ਜਾਤ ਵਾਲਾ ਵਿਅਕਤੀ। ਗੁਰੂ ਜੀ ਕਹਿੰਦੇ ਕਿ ਜੋ ਪਿੱਛੇ ਜਿਸ ਵਿਅਕਤੀ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਉਹ ਇਹ ਸਾਰੀਆਂ ਧਾਰਮਿਕ ਕਿਰਿਆਵਾਂ ਕਰਦਾ ਹੈ ਪਰ ਪ੍ਰਮਾਤਮਾ ਦੇ ਨਾਲ ਸਾਂਝ ਨਹੀਂ ਪਾਉਂਦਾ, ਕਹਿੰਦੇ ਉਹਦੇ ਨਾਲੋਂ ਤੇ ਮੈਂ ਨੀਵੀਂ ਜਾਤ ਦੇ ਉਸ ਵਿਅਕਤੀ ਨੂੰ ਉੱਤਮ ਸਮਝਦਾ ਹਾਂ ਜਿਹਦੇ ਮਨ ਦੇ ਵਿੱਚ ਪ੍ਰਮਾਤਮਾ ਵਸਿਆ ਹੋਇਆ ਹੈ, ਜਿਹੜਾ ਸਦਾ ਉਸ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿੰਦਾ ਹੈ। ਉਸ ਧਾਰਮਿਕ ਮਨੁੱਖ ਨਾਲੋਂ ਤੇ ਉਹ ਇਨਸਾਨ ਹੀ ਬੜਾ ਉੱਤਮ ਹੈ। ਸ਼ਲੋਕ। ਕੁੰਟ ਚਾਰ ਦਹਿ ਦਿਸ ਭਰਮੇ, ਕਰਮ ਕਿਰਤ ਕੀ ਰੇਖ, ਸੂਖ ਦੂਖ ਮੁਕਤ ਜੋਨ, ਨਾਨਕ ਲਿਖਿਓ ਲੇਖ। ਗੁਰੂ ਜੀ ਕਹਿੰਦੇ ਕਿ ਹੇ ਨਾਨਕ, ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਚੌਂ ਤਰਫਾਂ ਵਿੱਚ ਤੇ ਦਸਾਂ ਦਿਸ਼ਾਂ ਵਿੱਚ ਭਟਕਦੇ ਹਨ। ਲਿਖੇ ਲੇਖ ਅਨੁਸਾਰ ਹੀ ਸੁੱਖ ਦੁੱਖ ਮੁਕਤੀ ਜਾਂ ਜਨਮ ਮਰਨ ਦੇ ਗੇੜ ਮਿਲਦੇ ਹਨ।
ਇਸ ਗੱਲ ਨੂੰ ਅਗਲੀਆਂ ਪੰਕਤੀਆਂ ਦੇ ਵਿੱਚ ਗੁਰੂ ਜੀ ਨੇ ਵਿਸਥਾਰ ਪੂਰਵਕ ਦੱਸਿਆ ਹੈ। ਪਵੜੀ ਕੱਕਾ ਕਾਰਨ ਕਰਤਾ ਸੋ ਲਿਖਿਓ ਲੇਖ ਨਾ ਮੇਟਤ ਕੋ। ਗੁਰੂ ਜੀ ਕਹਿੰਦੇ ਕਿ ਕਰਤਾਰ ਆਪ ਹੀ ਸਾਰੇ ਜਗਤ ਦੀ ਕਾਰ ਦਾ ਸਬੱਬ ਬਣਾਉਣ ਵਾਲਾ ਹੈ। ਇਸ ਦੁਨੀਆ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਇਹਦਾ ਸਬੱਬ ਉਸ ਪਰਮਾਤਮਾ ਨੇ ਆਪ ਹੀ ਬਣਾਇਆ ਹੈ। ਕੋਈ ਵੀ ਜੀਵ ਉਸ ਪਰਮਾਤਮਾ ਦੇ ਲਿਖੇ ਹੋਏ ਲੇਖਾਂ ਨੂੰ ਮਿਟਾ ਨਹੀਂ ਸਕਦਾ। ਨਹੀਂ ਹੋਤ ਕਛ ਦੋਊ ਬਾਰਾ ਕਰਨਾ ਹਾਰ ਨਾ ਭੂਲਣ ਹਾਰਾ। ਉਹ ਕਰਨਹਾਰ ਪਰਮਾਤਮਾ, ਸਿਰਜਣਹਾਰ ਪਰਮਾਤਮਾ ਕੁਝ ਵੀ ਭੁੱਲਣ ਵਾਲਾ ਨਹੀਂ ਹੈ। ਉਸ ਦਾ ਕੀਤਾ ਹੋਇਆ ਕੰਮ ਕਦੇ ਵੀ ਦੁਬਾਰਾ ਨਹੀਂ ਹੁੰਦਾ। ਇਸ ਗੱਲ ਦੇ ਦੋ ਭਾਵ ਬਣਦੇ ਹਨ। ਇੱਕ ਤੇ ਇਹ ਹੈ ਕਿ ਉਹ ਪਰਮਾਤਮਾ ਕਦੇ ਵੀ ਕੋਈ ਗਲਤੀ ਨਹੀਂ ਕਰਦਾ, ਉਹ ਜੋ ਕਰਦਾ ਹੈ ਠੀਕ ਹੀ ਕਰਦਾ ਹੈ। ਇਸ ਕਰਕੇ ਉਹਨੂੰ ਆਪਣਾ ਕੀਤਾ ਹੋਇਆ ਕੋਈ ਕਾਰਜ ਦੁਬਾਰਾ ਕਰਨ ਦੀ ਲੋੜ ਨਹੀਂ ਪੈਂਦੀ। ਤੇ ਦੂਜਾ ਭਾਵ ਇਸ ਪੰਕਤੀ ਦਾ ਇਹ ਬਣਦਾ ਹੈ ਕਿ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ ਉਹ ਇੱਕ ਵਾਰ ਹੀ ਵਾਪਰ ਸਕਦਾ ਹੈ। ਭਾਵ ਕਿ ਇੱਕ ਵਾਰ ਜੋ ਚੀਜ਼ ਹੋ ਗਈ ਉਹ ਹੋ ਗਈ, ਉਹ ਸਮਾਂ ਦੁਬਾਰਾ ਨਹੀਂ ਆਉਂਦਾ। ਜੋ ਪਲ, ਜੋ ਸਕਿੰਟ, ਜੋ ਮਿੰਟ, ਜੋ ਘੰਟਾ, ਜੋ ਦਿਨ ਬੀਤ ਗਿਆ ਉਹ ਬੀਤ ਗਿਆ। ਉਸ ਦਿਨ ਦੇ ਵਿੱਚ, ਉਸ ਸਮੇਂ ਦੇ ਵਿੱਚ ਜੋ ਕੁਝ ਵੀ ਹੋਇਆ ਉਹ ਇੱਕ ਵਾਰ ਹੀ ਹੋ ਸਕਦਾ ਹੈ। ਨਾ ਤੇ ਉਹ ਸਮਾਂ ਦੁਬਾਰੇ ਆਏਗਾ ਤੇ ਨਾ ਹੀ ਉਸ ਸਮੇਂ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ ਦੁਬਾਰਾ ਹੋਣਗੀਆਂ। ਸੋ ਨਹੀਂ ਹੋਤ ਕਛ ਦੋਊ ਬਾਰਾ ਕਰਨਾ ਹਾਰ ਨਾ ਭੂਲਣ ਹਾਰਾ। ਕਾਹੂ ਪੰਥ ਦਿਖਾਰਾ ਆਪੈ ਕਾਹੂ ਉਦਿਆਨ ਭਰਮਤ ਪਛਤਾਪੈ। ਕਹਿੰਦੇ ਕਿਸੇ ਨੂੰ ਤੇ ਉਹ ਪ੍ਰਮਾਤਮਾ ਜੀਵਨ ਦਾ ਸਹੀ ਰਸਤਾ ਵਿਖਾ ਦਿੰਦਾ ਹੈ ਤੇ ਕਿਸੇ ਨੂੰ ਜੰਗਲਾਂ ਦੇ ਵਿੱਚ ਭਟਕਾ ਦਿੰਦਾ ਹੈ, ਪਛਤਾਵੇ ਵਾਲੇ ਪਾਸੇ ਪਾ ਦਿੰਦਾ ਹੈ। ਤੇ ਇਹ ਗੱਲ ਬਿਲਕੁਲ ਸੱਚ ਹੈ। ਇਹਦੇ ਵਿੱਚ ਰੱਤਾ ਜਿੰਨਾ ਵੀ ਝੂਠ ਨਹੀਂ ਹੈ ਤੇ ਨਾ ਹੀ ਹੋ ਸਕਦਾ ਹੈ। ਆਪਣੇ ਆਸ-ਪਾਸ ਵੀ ਅਸੀਂ ਜੇ ਝਾਤੀ ਮਾਰੀਏ ਤਾਂ ਸਾਨੂੰ ਵੱਖ-ਵੱਖ ਪ੍ਰਕਾਰ ਦੇ ਇਨਸਾਨ ਵੇਖਣ ਨੂੰ ਮਿਲਣਗੇ। ਕਈ ਬੜੇ ਚੰਗੇ ਰਸਤੇ ਤੇ ਪਏ ਦਿਖਣਗੇ ਤੇ ਕਈ ਬੜੇ ਹੀ ਗਲਤ ਰਸਤੇ ਤੇ ਪਏ ਦਿਖਣਗੇ। ਦੋਨਾਂ ਨੂੰ ਪ੍ਰੇਰਨਾ ਉਸ ਪਰਮਾਤਮਾ ਪਾਸੋਂ ਹੀ ਮਿਲੀ ਹੈ। ਇਸ ਗੱਲ ਨੂੰ ਜੇਕਰ ਅਸੀਂ ਸਮਝ ਲਵਾਂਗੇ ਸਾਡੀਆਂ ਜ਼ਿੰਦਗੀਆਂ ਦੇ ਲਈ ਇਹ ਚੰਗਾ ਹੋਏਗਾ। ਆਪਨ ਖੇਲ ਆਪ ਹੀ ਕੀਨੋ ਜੋ ਜੋ ਦੀਨੋ ਸੋ ਨਾਨਕ ਲੀਨੋ। ਆਪਣਾ ਇਹ ਖੇਲ ਉਸ ਪਰਮਾਤਮਾ ਨੇ ਆਪ ਹੀ ਬਣਾਇਆ ਹੈ। हे ਨਾਨਕ, ਜੀਵਾਂ ਨੂੰ ਉਹ ਜੋ ਜੋ ਦਿੰਦਾ ਹੈ ਜੀਵ ਉਹੀ ਉਹੀ ਲੈਂਦੇ। ਸ਼ਲੋਕ ਖਾਤ ਖਰਚਤ ਬਿਲਸ਼ਤ ਰਹੇ ਟੂਟ ਨਾ ਜਾਹੇ ਭੰਡਾਰ। ਹਰ ਹਰ ਜਪਤ ਅਨੇਕ ਜਨ ਨਾਨਕ ਨਾਹੇ ਸ਼ੁਮਾਰ। ਗੁਰੂ ਜੀ ਕਹਿੰਦੇ ਕਿ ਅਨੇਕਾਂ ਹੀ ਭਗਤ ਜਨ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ, ਉਹਦਾ ਨਾਮ ਜਪਦੇ ਹਨ। ਹਰ ਹਰ ਜਪਤ ਅਨੇਕ ਜਨ। ਉਹ ਇੰਨੇ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਨਾਨਕ ਨਾਹੇ ਸ਼ੁਮਾਰ। ਤੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ ਕਰਕੇ ਉਹਨਾਂ ਦੇ ਪਾਸ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਇੰਨੇ ਖਜ਼ਾਨੇ ਇਕੱਤਰ ਹੋ ਜਾਂਦੇ ਨੇ ਕਿ ਖਾਤ ਖਰਚਤ ਬਿਲਸ਼ਤ ਰਹੇ ਟੂਟ ਨਾ ਜਾਹੇ ਭੰਡਾਰ। ਉਹ ਜਿਵੇਂ ਮਰਜ਼ੀ ਉਹਨਾਂ ਖਜ਼ਾਨਿਆਂ ਨੂੰ ਖਰਚੀ ਜਾਣ, ਖਾਈ ਜਾਣ, ਮਾਣੀ ਜਾਣ। ਉਹਨਾਂ ਖਜ਼ਾਨਿਆਂ ਦੇ ਵਿੱਚ ਕਦੇ ਵੀ ਤੋਟ ਨਹੀਂ ਆਉਂਦੀ। ਉਹ ਖਜ਼ਾਨੇ ਕਦੇ ਵੀ ਮੁੱਕਦੇ ਨਹੀਂ। ਪੌੜੀ ਖੱਖਾ ਖੂਨਾ ਕਛ ਨਹੀਂ ਤਿਸ ਸਮਰੱਥ ਕੈ ਪਾਹੇ। ਜੋ ਦੇਨਾ ਸੋ ਦੇ ਰਹਿਓ ਭਾਵੈ ਤਹਿ ਤਹਿ ਜਾਹੇ। ਖੂਨਾ ਤੋਂ ਭਾਵ ਕਮੀ। ਗੁਰੂ ਜੀ ਕਹਿੰਦੇ ਕਿ ਉਸ ਸਮਰੱਥ ਪਰਮਾਤਮਾ ਦੇ ਪਾਸ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ। ਜਿਹੜੇ ਭਗਤ ਜਨ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਤੁਰਦੇ ਹਨ ਉਹਨਾਂ ਨੂੰ ਉਹ ਪਰਮਾਤਮਾ ਸਭ ਕੁਝ ਦਿੰਦਾ ਹੈ। ਉਹਨਾਂ ਨੂੰ ਜੋ ਕੁਝ ਵੀ ਮਿਲਦਾ ਹੈ ਉਸ ਪਰਮਾਤਮਾ ਦੀ ਰਜ਼ਾ ਸਮਝ ਕੇ ਉਹ ਖਿੜੇ ਮੱਥੇ ਉਸ ਨੂੰ ਕਬੂਲ ਕਰ ਲੈਂਦੇ ਹਨ।
खर्च खजाना नाम धन या भगतन की रास, खिमा गरीबी आनंद सहज जपत रहे गुणताश। उस परमात्मा दे भगत जनां दे लई उस परमात्मा दा नाम धन ही असली रास पूंजी है, असली खजाना है, जिस नूं ਉਹ ਆਪਣੇ ਜੀਵਨਾਂ ਦੇ ਵਿੱਚ ਖਰਚਦੇ ਰਹਿੰਦੇ ਹਨ। ਉਸ ਗੁਣਤਾਸ਼ ਪਰਮਾਤਮਾ ਦਾ, ਗੁਣਾਂ ਦੇ ਮਾਲਕ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ ਤੇ ਅਜਿਹਾ ਕਰਨ ਨਾਲ ਉਹਨਾਂ ਦੇ ਅੰਦਰ ਨਿਮਰਤਾ, ਖੇਮਾ, ਆਨੰਦ ਤੇ ਅਡੋਲਤਾ ਪੈਦਾ ਹੋ ਜਾਂਦੀ ਹੈ। ਖੇਲੈ ਬਿਗਸੈ ਆਨੰਦ ਸਿਓ, ਜਾ ਕੋ ਹੋਤ ਕਿਰਪਾਲ। ਜਿਨ੍ਹਾਂ ਮਨੁੱਖਾਂ ਦੇ ਉੱਪਰ ਉਹ ਪਰਮਾਤਮਾ ਕਿਰਪਾਲ ਹੁੰਦੇ ਹਨ, ਕਿਰਪਾ ਕਰਦੇ ਹਨ, ਉਹ ਜੀਵਨ ਦੀ ਖੇਡ ਨੂੰ ਬੜੇ ਹੀ ਆਨੰਦ ਸਹਿਤ ਖੇਡਦੇ ਹਨ। ਜੀਵਨ ਦੀ ਖੇਡ ਦੇ ਵਿੱਚ ਉਹ ਸਦਾ ਹੀ ਬਿਗਸੇ ਰਹਿੰਦੇ ਹਨ, ਖੁਸ਼ ਰਹਿੰਦੇ ਹਨ। ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਹਿ ਮਾਲ। ਉਹਨਾਂ ਦੇ ਹਿਰਦੇ ਘਰ ਦੇ ਵਿੱਚ, ਹਿਰਦੇ ਗ੍ਰਹਿ ਦੇ ਵਿੱਚ ਮਾਲ ਦੇ ਰੂਪ ਵਿੱਚ ਪਰਮਾਤਮਾ ਦਾ ਨਾਮ ਧਨ ਪਿਆ ਹੁੰਦਾ ਹੈ। ਇਸ ਕਰਕੇ ਉਹ ਸਦਾ ਹੀ ਗਨੀਵ ਭਾਵ ਕਿ ਧਨਾੜ ਹਨ, ਸੁਹਾਵਣੇ ਭਾਵ ਕਿ ਖਿੜੇ ਮੱਥਿਆਂ ਵਾਲੇ ਹਨ। ਆਪਣੇ ਹਿਰਦਿਆਂ ਦੇ ਵਿੱਚ ਅਸੀਂ ਉਸ ਪਰਮਾਤਮਾ ਦੇ ਨਾਮ ਧਨ ਨੂੰ ਇਕੱਠਾ ਕਰੀਏ ਤਾਂ ਇਹ ਸਾਰੀਆਂ ਜੋ ਕੁਆਲਿਟੀਜ਼ ਹਨ, ਇਹ ਸਾਰੇ ਜੋ ਗੁਣ ਹਨ, ਇਹ ਸਾਡੇ ਅੰਦਰ ਆ ਜਾਂਦੇ ਹਨ। ਖੇਦ ਨਾ ਦੂਖ ਨਾ ਡਾਨ ਤਹਿ, ਜਾ ਕੋ ਨਦਰ ਕਰੀ। ਜਿਨ੍ਹਾਂ ਮਨੁੱਖਾਂ ਦੇ ਉੱਪਰ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ, ਉਹਨਾਂ ਨੂੰ ਆਪਣੇ ਜੀਵਨ ਕਾਲ ਦੇ ਦੌਰਾਨ ਨਾ ਹੀ ਤੇ ਕੋਈ ਖੇਦ ਹੁੰਦਾ ਹੈ, ਨਾ ਕੋਈ ਦੁੱਖ ਤੇ ਨਾ ਹੀ ਕੋਈ ਡਾਨ ਭਾਵ ਕਿ ਡੰਡ ਹੁੰਦਾ ਹੈ। ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਭਰੀ। ਉਹਨਾਂ ਦੀ ਪੂਰੀ ਪੈ ਜਾਂਦੀ ਹੈ, ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ ਹੈ, ਜਿਹੜੇ ਉਸ ਪਰਮਾਤਮਾ ਨੂੰ ਭਾ ਜਾਂਦੇ ਨੇ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 253ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇੱਕ ਗੱਲ ਅੱਜ ਦੀ ਬਾਣੀ ਦੇ ਵਿੱਚੋਂ ਅਸੀਂ ਸਿੱਖੀਏ ਕਿ ਜਿੰਨਾ ਧਿਆਨ ਅਸੀਂ ਆਪਣੇ ਘਰ ਦੇ ਵਿੱਚ ਸੰਪત્ਤੀ ਭਰਨ, ਪੈਸਾ ਭਰਨ ਦੇ ਉੱਤੇ ਲਗਾਉਂਦੇ ਹਾਂ, ਉਨਾ ਹੀ ਧਿਆਨ ਅਸੀਂ ਆਪਣੇ ਹਿਰਦੇ ਘਰ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਭਰਨ ਦੇ ਉੱਤੇ ਵੀ ਲਾਈਏ। ਜੋ ਸਾਡੇ ਘਰ ਦੇ ਵਿੱਚ ਪਈ ਹੋਈ ਸੰਪત્ਤੀ ਹੈ, ਉਹ ਸਰੀਰਕ ਤੌਰ 'ਤੇ ਸਾਡੇ ਜੀਵਨ ਕਾਲ ਦੇ ਵਿੱਚ ਸਾਨੂੰ ਖੁਸ਼ੀਆਂ, ਸਾਨੂੰ ਲੋੜਵੰਦ ਵਸਤਾਂ ਪ੍ਰਦਾਨ ਕਰ ਸਕਦੀ ਹੈ, ਪਰ ਮਾਨਸਿਕ ਤੌਰ 'ਤੇ ਤਸੱਲੀ ਨਹੀਂ ਦੇ ਸਕਦੀ। ਜੇਕਰ ਸਾਨੂੰ ਮਾਨਸਿਕ ਤੌਰ 'ਤੇ ਤਸੱਲੀ ਚਾਹੀਦੀ ਹੈ, ਸ਼ਾਂਤੀ ਚਾਹੀਦੀ ਹੈ, ਆਨੰਦ ਚਾਹੀਦਾ ਹੈ, ਤਾਂ ਉਹਦੇ ਲਈ ਪਰਮਾਤਮਾ ਦਾ ਨਾਮ ਹੀ ਕੰਮ ਆਉਣਾ ਹੈ। ਇਸ ਕਰਕੇ ਪਰਮਾਤਮਾ ਦੇ ਨਾਮ ਨੂੰ ਵੀ ਆਪਣੇ ਹਿਰਦਿਆਂ ਦੇ ਵਿੱਚ ਵਸਾਉਣ 'ਤੇ ਅਸੀਂ ਉਨਾ ਹੀ ਜ਼ੋਰ ਲਾਈਏ, ਉਨੀ ਹੀ ਸ਼ਿੱਦਤ ਦੇ ਨਾਲ ਉਸ ਪਰਮਾਤਮਾ ਨੂੰ ਵੀ ਪਿਆਰ ਕਰੀਏ, ਜਿੰਨੀ ਸ਼ਿੱਦਤ ਦੇ ਨਾਲ ਅਸੀਂ ਦੁਨਿਆਵੀ ਵਸਤਾਂ ਨੂੰ ਕਰਦੇ ਹਾਂ। ਤੇ ਦੇਖਿਓ, ਹੌਲੀ ਹੌਲੀ ਦੁਨਿਆਵੀ ਵਸਤਾਂ ਦੇ ਨਾਲ ਸਾਡਾ ਮੋਹ ਆਪਣੇ ਆਪ ਹੀ ਘਟ ਜਾਏਗਾ, ਕਿਉਂਕਿ ਜੋ ਆਨੰਦ ਸਾਨੂੰ ਉਸ ਪਰਮਾਤਮਾ ਦੇ ਨਾਲ ਜੁੜ ਕੇ ਮਿਲਣਾ ਹੈ, ਉਹ ਦੁਨਿਆਵੀ ਵਸਤਾਂ ਦੇ ਨਾਲ ਜੁੜ ਕੇ ਕਦੇ ਵੀ ਨਹੀਂ ਮਿਲਦਾ। ਠੀਕ ਹੈ, ਆਪਣੀਆਂ ਜ਼ਿੰਦਗੀਆਂ ਹਨ, ਇਹਨਾਂ ਨੂੰ ਮੰਨਣਾ ਵੀ ਚਾਹੀਦਾ ਹੈ, ਇਹ ਵੀ ਸਾਡੀ ਲੋੜ ਹੈ, ਪਰ ਉਹਨਾਂ ਚੀਜ਼ਾਂ ਦੇ ਨਾਲ ਅਸੀਂ ਅਟੈਚ ਨਾ ਹੋਈਏ। ਇੱਥੇ ਹੀ ਅਸੀਂ ਅਸਲ ਦੇ ਵਿੱਚ ਮਾਰ ਖਾ ਜਾਂਦੇ ਹਾਂ ਕਿ ਦੁਨਿਆਵੀ ਵਸਤਾਂ ਦੇ ਨਾਲ ਅਸੀਂ ਅਟੈਚ ਹੋ ਜਾਂਦੇ ਹਾਂ। ਉਹਨਾਂ ਦੇ ਖੁੱਸਣ ਦਾ ਸਾਨੂੰ ਸਦਾ ਹੀ ਡਰ ਬਣਿਆ ਰਹਿੰਦਾ ਹੈ। ਇਸੇ ਕਰਕੇ ਹੀ ਅਸੀਂ ਸ਼ਾਂਤੀ ਪ੍ਰਦਾਨ ਨਹੀਂ ਕਰ ਪਾਉਂਦੇ, ਸ਼ਾਂਤੀ ਨਹੀਂ ਪ੍ਰਾਪਤ ਕਰ ਪਾਉਂਦੇ, ਆਨੰਦ ਨਹੀਂ ਪ੍ਰਾਪਤ ਕਰ ਪਾਉਂਦੇ। ਸੋ ਪ੍ਰਮਾਤਮਾ ਦੇ ਨਾਲ ਸਾਂਝ ਪਾਈਏ, ਇਹਨਾਂ ਵਸਤਾਂ ਦੇ ਨਾਲ ਸਾਡਾ ਮੋਹ ਹੌਲੀ ਹੌਲੀ ਆਪੇ ਹੀ ਘਟ ਜਾਏਗਾ ਤੇ ਫਿਰ ਆਨੰਦ ਹੀ ਆਨੰਦ ਹੋਏਗਾ। ਅਸੀਂ ਵੀ ਆਪਣੀ ਜੀਵਨ ਦੀ ਜੋ ਖੇਡ ਹੈ ਉਹਨੂੰ ਖਿੜੇ ਮੱਥਿਆਂ ਦੇ ਨਾਲ ਖੇਡ ਪਾਵਾਂਗੇ। ਇਸੇ ਸੰਦੇਸ਼ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।